ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ। ਅਨੇਕਾਂ ਜੂਨਾਂ ਨੇ, ਅਨਕ ਨਾ ਇੱਕ ਭਾਵ ਅਨੇਕ, ਬੇਅੰਤ ਜੂਨਾਂ ਨੇ। ਜਿਵੇਂ ਕਰੀਬਨ ਕਹਿ ਦਿੰਦੇ ਨੇ ਨਾ ਵੀ 84 ਲੱਖ ਜੂਨਾਂ ਨੇ। ਹੁਣ 84 ਲੱਖ ਜੂਨਾਂ 'ਚ ਕਿੰਨੀ ਗਿਣਤੀ ਹੈ ਕੋਈ ਨਹੀਂ ਜਾਣਦਾ। ਇਸ ਸਫ਼ਰ ਬਾਰੇ ਕੋਈ ਨਹੀਂ ਸਮਝ ਸਕਦਾ। ਮਹਾਰਾਜ ਕਹਿੰਦੇ ਨੇ ਅਨੇਕਾਂ ਹੀ ਜਨਮ ਨੇ, ਅਨੇਕਾਂ ਵਾਰ ਹੀ ਉਤਪਤੀ ਹੁੰਦੀ ਹੈ, ਲੈਤਾ ਹੁੰਦੀ ਹੈ, ਗਰਭ ਵਿੱਚ ਆਉਣਾ ਪੈਂਦਾ ਹੈ, ਮਿਟਣਾ ਪੈਂਦਾ ਹੈ। ਇਹ ਵੱਡਾ ਸੰਕਟ ਹੈ। ਹੁਣ 10 ਮਹੀਨੇ ਮਾਈ ਦੇ ਗਰਭ ਵਿੱਚ ਲਟਕੇ ਰਹਿਣਾ, 9-10 ਮਾਹ ਟੰਗੇ ਰਹਿਣਾ, ਇਹ ਕੋਈ ਸੌਖਾ ਥੋੜ੍ਹੀ ਹੈ। ਉਹ ਬੱਚਾ ਰੋਂਦਾ ਹੈ ਨਾ ਜਨਮ 'ਤੇ, ਵੈਰਾਗ ਕਰਦਾ ਹੈ। ਸਤਿਪੁਰਸ਼ ਦਾ ਪੱਖ ਇਹ ਦੱਸਦੇ ਨੇ ਵੀ ਮਾਇਆ ਹੁਣ ਪਕੜੇਗੀ ਜਕੜੇਗੀ, ਵੈਰਾਗ ਕਰਦਾ ਹੈ। ਪਰਮੇਸ਼ਵਰ ਗਰਭ ਵਿੱਚ ਪੁੱਠੇ ਲੜਕੇ ਜਠਰ ਦੀ ਅੱਗ ਤੋਂ ਡਰਦੇ ਹੋਏ ਤੈਨੂੰ ਯਾਦ ਰੱਖਿਆ ਸੀ। ਹੁਣ ਸੁਰਤੀ ਖੰਡ ਹੋ ਜਾਵੇਗੀ। ਮਾਇਆ ਇਸ ਚਿੱਕੜ ਵਿੱਚ ਹੁਣ ਆਗਾਜ਼ ਹੋ ਗਿਆ ਹੈ। ਦੁਨੀਆ 'ਚ ਆ ਗਏ ਆ। ਇੱਕ ਪੱਖ 'ਤੇ ਆਏ ਤੇ ਦੂਜਾ ਪੱਖ ਇਹ ਹੈ ਵੈਰਾਗ ਕਰਦਾ ਹੈ, ਰੋਂਦਾ ਹੈ, ਗੁਬਾਰ ਕੱਢਦਾ ਹੈ ਵੀ ਇਹ ਗਰਭ ਗਲੋਂ ਲੈ ਗਿਆ। 10 ਮਹੀਨੇ ਪੁੱਠੇ ਲੜਕੇ ਰਹੇ ਆ, ਬੜੀ ਮੁਸ਼ਕਿਲ ਸੀ, ਨਿਕਲ ਆਏ ਬਾਹਰ, ਬਚ ਗਏ। ਫੁੱਟ ਕੇ ਰੋਂਦਾ ਹੈ। ਹੁਣ 2-4 ਦਿਨ ਕਿਸੇ ਬੰਦੇ ਨੂੰ ਪੁੱਠਾ ਠੰਗੋ ਕਿਤੇ ਸੌਖਾ ਹੈ, ਲਟਕੇ ਰਹਿਣਾ ਬੜੀ ਮੁਸ਼ਕਿਲ ਹੈ। ਇਉਂ ਗਰਭ ਵਿੱਚ ਪਿਆ ਰਹਿੰਦਾ ਹੈ। ਵੱਡਾ ਕਲੇਸ਼ ਹੈ, ਵੱਡਾ ਸੰਕਟ ਹੈ। ਬੜੀਆਂ ਜੂਨਾਂ ਬਿਆਨ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਨੇ। ਜਦੋਂ ਤੁਸੀਂ ਆਹ ਪੰਕਤੀ ਪੜ੍ਹਦੇ ਹੋ ਨਾ, ਕਈ ਜਨਮ ਪਏ ਕੀਟ ਪਤੰਗਾ, ਅੱਗੇ ਪੜ੍ਹਦੇ ਜਾਓ। ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹਾਇਵਰ ਬਿਰਕ ਜੋਇਓ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਪਰਮਾਇਆ, ਕਈ ਜਨਮ ਗਰਭ ਹਿਰ ਖਰਿਆ। ਕਈ ਵਾਰ ਤੇ ਕਹਿੰਦੇ ਦੁਨੀਆ ਤੇ ਤੂੰ ਆ ਗਿਆ ਜੂਨਾਂ ਵਿੱਚ, ਕਈ ਵਾਰ ਮਾਂ ਦੇ ਪੇਟ ਵਿੱਚ ਹੀ ਖੁਰ ਜਾਂਦਾ ਰਿਹਾ ਹੈ ਤੂੰ। ਕਈ ਵਾਰ ਬੱਚਾ ਮਰ ਜਾਂਦਾ ਹੈ, 2-4 ਮਹੀਨਿਆਂ ਦਾ ਗਰਭ ਵਿੱਚ ਖੁਰ ਜਾਂਦਾ ਹੈ, ਕਈ ਵਾਰ ਮੋਇਆ ਪੈਦਾ ਹੁੰਦਾ ਹੈ। ਸੋ ਇੱਥੇ ਬੜੀਆਂ ਜੂਨਾਂ ਨੇ। ਇਹ ਬੜਾ ਵੱਡਾ ਸੰਕਟ ਹੈ, ਵੱਡਾ ਕਲੇਸ਼ ਹੈ, ਵੱਡਾ ਦੁੱਖ ਹੈ। ਇਹ ਕਿਹੜਾ ਇਸ ਸੰਕਟ ਵਿੱਚ ਫਸਦਾ ਹੈ? ਜਿਹੜਾ ਪਰਮਾਤਮਾ ਦੀ ਭਗਤੀ ਨਹੀਂ ਕਰਦਾ, ਜਿਹੜਾ ਪਰਮਾਤਮਾ ਤੋਂ ਦੂਰ ਰਹਿੰਦਾ ਹੈ। ਜਿਵੇਂ ਕਬੀਰ ਜੀ ਕਹਿੰਦੇ ਨੇ ਨਾ, ਕਹਿੰਦੇ ਬੜੀ ਵਾਰ ਗਰਭ ਵਿੱਚ ਆਉਣਾ ਪਿਆ ਹੈ, ਬੜੀਆਂ ਜੂਨਾਂ ਵਿੱਚ ਆਉਣਾ ਪਿਆ ਹੈ। ਔਰ ਜੂਨਾਂ ਦੀ ਗਿਣਤੀ ਮਿਣਤੀ ਵਿੱਚ ਕੀ ਪਈਏ, ਇਹ ਪੈਂਡਾ ਬੜਾ ਲੰਮਾ ਹੈ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਸੋ ਇਹ ਗਰਭ ਦੀ ਅਗਨ ਵਿੱਚ ਕਈ ਵਾਰ ਸੜਨਾ ਪਿਆ। ਕਬੀਰ ਕਹਿੰਦੇ ਰੱਬ ਨੂੰ ਚੇਤੇ ਕਰ, ਨਿਵਰਤੀ ਕਰੇ ਤੇਰੀ, ਨਜ਼ਾਤ ਬਖਸ਼ੇ ਤੈਨੂੰ। ਕਬੀਰ ਜੀ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਨੇ, ਫਿਰ ਜੂਨਾਂ ਵਿੱਚ ਨਾ ਆਉਣਾ ਪਵੇ ਭਾਈ। ਰੱਬ ਦੇ ਗੀਤ ਗਾਓ, ਪਰਮੇਸ਼ਵਰ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਵੇ, ਮੰਜ਼ਲੇ ਮਕਸੂਦ 'ਤੇ ਤੁਸੀਂ ਪਹੁੰਚ ਜਾਓ। ਸੋ ਇੱਥੇ ਨਿਰੰਕਾਰ ਨਾਲ ਸਾਨੂੰ ਜੋੜਨ ਲਈ ਬਾਣੀ ਉਪਦੇਸ਼ ਦਿੰਦੀ ਹੈ। ਸੰਸਾਰ ਨਾਲ ਜੁੜੋਗੇ ਤੇ ਸੰਸਾਰ ਤੇ ਜੂਨਾਂ ਵਿੱਚ ਰਹਿਣਾ ਪਵੇਗਾ। ਨਿਰੰਕਾਰ ਨੂੰ ਧਿਆਓਗੇ ਤੇ ਉਹ ਮੁਕਤੀ ਬਖਸ਼ ਦੇਵੇਗਾ, ਚਰਨਾਂ ਵਿੱਚ ਜਗ੍ਹਾ ਬਖਸ਼ ਦੇਵੇਗਾ। ਚੰਗੇ ਕਰਮ ਕਰੋਗੇ ਮਨੁੱਖਾ ਜਾਮਾ ਫਿਰ ਮਿਲ ਜਾਵੇਗਾ, ਮੰਦੇ ਕਰਮ ਕਰੋਗੇ ਨਰਕਾਂ ਵਿੱਚ ਰਹਿਣਾ ਪੈ ਜਾਵੇਗਾ। ਅੱਗੇ ਲਫ਼ਜ਼ ਮਹਾਰਾਜ ਨੇ ਵਰਤਿਆ ਹੈ ਨਰਕ। ਹੁਣ ਇੱਥੇ ਅਨੇਕਾਂ ਵਾਰ ਨਰਕ ਪੈਣਾ ਪਵੇਗਾ, ਇਹ ਗੱਲ ਕਹੀ ਹੈ ਪਾਤਸ਼ਾਹ ਨੇ। ਜਿਹੜੇ ਪੁਰਾਣ ਨੇ ਨਾ ਸਨਾਤਨ ਮੱਤ ਦੇ, ਉਹਨਾਂ ਵਿੱਚ ਇੱਕ ਦੇਸ਼ ਬਾਬਤ ਜ਼ਿਕਰ ਆਉਂਦਾ ਹੈ ਜੋ ਅਗੋਚਰ ਹੈ, ਅੱਖਾਂ ਦਾ ਵਿਸ਼ਾ ਨਹੀਂ, ਜਿੱਥੇ ਪਾਪੀ ਜੀਵ ਨੂੰ ਬੁਰੇ ਕਰਮਾਂ ਦੀ ਸਜ਼ਾ ਦਿੱਤੀ ਜਾਂਦੀ ਹੈ, ਬੁਰੇ ਕਰਮਾਂ ਦਾ ਫਲ ਭੋਗਣ ਜਾਂਦਾ ਹੈ, ਉਸ ਨੂੰ ਨਰਕ ਕਿਹਾ ਜਾਂਦਾ ਹੈ। ਦੋਜ਼ਕ, ਜਹੰਨਮ, ਇਹ ਹਰ ਧਰਮ ਦੇ ਵਿੱਚ ਇਹਦਾ ਜ਼ਿਕਰ ਮਿਲੇਗਾ।
ਹੁਣ ਇਹ ਜਿਹੜਾ ਨਰਕ ਹੈ ਇਹਦਾ ਇੱਕ ਹੋਰ ਪੱਖ ਵੀ ਹੈ। ਜਿਹੜਾ ਨੀਚ ਕਰਮ ਕਰੇ ਕਹਿੰਦੇ ਉਹਦਾ ਜੀਵਨ ਕੁਕਰਮੀ ਦਾ ਨਰਕਾਂ ਵਰਗਾ ਹੈ, ਦੁਖਦਾਇਕ ਹੈ। ਮਹਾਰਾਜ ਕਹਿੰਦੇ ਤੂੰ ਨਰਕ ਪੁੰਚੇਗਾ। ਪੁੰਚ ਦਾ ਮਤਲਬ ਹੁੰਦਾ ਹੈ ਭਖਣਾ, ਭੋਗਣਾ। ਨਰਕ ਵਿੱਚ ਕਹਿੰਦੇ ਤੈਨੂੰ ਆਉਣਾ ਪਵੇਗਾ। ਅੱਗੇ ਲਫ਼ਜ਼ ਹੈ ਸਾਸਨ। ਸਾਸਨ ਦਾ ਮਤਲਬ ਹੁੰਦਾ ਹੈ ਦੰਡ ਦੇਣਾ, ਸਜ਼ਾ ਦੇਣੀ, ਹੁਕਮ ਕਰਨਾ। ਮਹਾਰਾਜ ਕਹਿੰਦੇ ਨੇ ਪਾਪ ਕੀਤਾ, ਜੂਨਾਂ ਵਿੱਚ ਪੈ ਗਿਆ, ਪਾਪ ਕਰਮ ਦੀ ਸਜ਼ਾ ਫਿਰ ਤੈਨੂੰ ਜਮ ਦਿੰਦੇ ਨੇ, ਤੈਨੂੰ ਤਾੜਦੇ ਨੇ, ਤੇਰੇ ਲਈ ਬੜੀ ਮੁਸ਼ਕਲ ਖੜੀ ਕਰਦੇ ਨੇ। ਜਾਂ ਇਉਂ ਸਮਝ ਲਓ 84 ਲੱਖ ਜੂਨਾਂ ਵਿੱਚ। ਸਾਸਨ ਤੋਂ ਭਾਵ ਹੈ ਸਾਨੂੰ ਪਰਮਾਤਮਾ ਦੇ ਹੁਕਮ ਵਿੱਚ ਦੁੱਖ ਮਿਲਦਾ ਹੈ। ਗਰਤ ਵੈਸੇ ਟੋਏ ਨੂੰ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਆਖਣ ਲੱਗੇ ਭਾਈ ਪਾਪ ਕਰਦਾ ਹੈ ਨਰਕਾਂ ਦੇ ਟੋਏ ਵਿੱਚ ਸੁੱਟਿਆ ਜਾਵੇਗਾ, ਵਿਕਾਰਾਂ ਵਿੱਚ ਪਿਆ ਹੈ, ਜੀਵਨ ਕਾਲ ਵਿੱਚ ਰੋਗਾਂ ਸੋਗਾਂ ਵਿੱਚ ਗਲਿਆ ਰਵੇਂਗਾ। ਔਰ ਇਹ ਇੱਕ ਜਨਮ ਦੀ ਗੱਲ ਨਹੀਂ ਹੈ। ਬਾਣੀ ਕਹਿੰਦੀ ਕਈ ਕੋਟ ਬਹੁ ਜੋਨੀ ਫਿਰਹੇ, ਕਈ ਕੋਟ ਜਨਮ ਹੈ ਜੀਵਹਿ ਮਰਹਿ, ਕਈ ਕੋਟ ਨਰਕ ਸੁਰਗ ਨਿਵਾਸੀ, ਜਹ ਜਹ ਭਾਣਾ ਤਹ ਤਹ ਰਾਖੇ ਨਾਨਕ, ਸਭ ਕਿਛ ਪ੍ਰਭ ਕੈ ਹੱਥ ਹੈ। ਮਹਾਰਾਜ ਕਹਿੰਦੇ ਨੇ ਇੱਥੇ ਕਰੋੜਾਂ ਵਾਰ ਜੰਮਣਾ ਪਿਆ, ਕਰੋੜਾਂ ਵਾਰ ਮਰਨਾ ਪਿਆ। ਇੱਥੇ ਕਰੋੜਾਂ ਹੀ ਲੋਕ ਨਰਕਾਂ ਵਿੱਚ ਜਾਂਦੇ ਨੇ, ਕਰੋੜਾਂ ਹੀ ਸਵਰਗਾਂ ਵਿੱਚ ਚਲੇ ਜਾਂਦੇ ਨੇ। ਮੈਨੀ ਮਿਲੀਅਨਸ ਡਵੈਲ ਇਨ ਹੈਵਨ ਐਂਡ ਇਨ ਹੈਲ। ਕਈ ਨਰਕਾਂ ਵਿੱਚ ਜਾਣਗੇ, ਕਈ ਸਵਰਗਾਂ ਵਿੱਚ ਜਾਣਗੇ। ਗੱਲ ਕਾਹਦੀ ਹੈ? ਉਹਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਸਜ਼ਾ ਹੈ, ਉਹਦੇ ਭਾਣੇ ਵਿੱਚ ਹੁਕਮ ਵਿੱਚ ਹੀ ਬਰਕਤਾਂ ਨੇ, ਫਲ ਹੈ, ਸਭ ਉਹਦੇ ਹੱਥ ਵਿੱਚ ਹੈ।